देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। मनजिंदर सिंह सिरसा मौजूद ने, गलबात करेंगे। सिरसा साहब, सवेरे कैंसल कर दिता, शाम ਨੂੰ ਹੁਣ ਤੁਹਾਨੂੰ ਦੁਬਾਰਾ ਮਿਲ ਗਿਆ। ਕੋਰਟ ਦੇ ਵਿੱਚ ਆਖਿਰ ਕੀ ਕੁਝ ਹੋਏਗਾ ਦਲੀਲਾਂ ਰੱਖੀਆਂ? देखो साडा सिंबल कभी भी कैंसल नहीं होया सी। सरकारी कागजां 'ਚ ਉਹ 3 ਮਹੀਨੇ ਪਹਿਲਾਂ कैंसल करता सी उन्होंने, क्योंकि उन्होंने पता सी कि जो हालात बने पे ने दिल्ली के अंदर इलैक्शन नहीं जित सकता कोई भी होर, इस करके सरकारी छड्यंतर ਜਿਹੜੇ ਲਗਾਏ ਜਾ ਰਹੇ ਸੀ ਉਹ ਸਰਕਾਰੀ ਕਿਤਾਬਾਂ 'ਚ ਕੈਂਸਲ ਸੀ, ਪਰ ਗੁਰੂ ਦੇ ਘਰੋਂ ਨਾ ਪਹਿਲਾਂ ਕਦੀ ਕੈਂਸਲ ਸੀ ਨਾ ਹੁਣ ਕੈਂਸਲ ਆ। ਅਸੀਂ ਬਾਰ-ਬਾਰ ਇੱਕੋ ਗੱਲ ਕਹਿੰਦੇ ਸੀ, ਜਿੱਤ ਹੋਣੀ ਆ ਗੁਰੂ ਦੀ। ਅੱਜ ਇਹ ਸਾਡੀ ਕੋਈ ਜਿੱਤ ਨਹੀਂ ਹੈਗੀ। ਕਿਹਦੀ ਜਿੱਤ ਆ? ਇਹ ਮੇਰੇ ਸੱਚੇ ਪਿਤਾ ਪਰਮੇਸ਼ਵਰ ਦੇ ਸੱਚੇ ਤਖਤ ਦੀ ਜਿੱਤ ਹੋਈ ਆ। ਹਾਰ ਕਿਹਦੀ ਹੋਈ ਆ? ਹਾਰ ਸਰਕਾਰੀ ਤਖਤਾਂ ਦੀ ਹੋਈ ਆ ਤੇ ਸਰਕਾਰੀ ਤਖਤਾਂ ਦੇ ਪੋਚੇ ਲਾਉਣ ਵਾਲਿਆਂ ਦੀ ਹੋਈ ਆ। ਅੱਜ ਸਰਕਾਰ ਇਹ ਸਪਸ਼ਟ ਹੋ ਗਿਆ ਕਿ ਜਿਹੜਾ ਮੀਰੀ ਪੀਰੀ ਦਾ ਸਾਡਾ ਸਿਧਾਂਤ ਮਾਰਨਾ ਚਾਹੁੰਦੀ ਸੀਗੀ ਸਰਕਾਰ, ਸ਼੍ਰੀ ਅਕਾਲ ਤਖਤ ਸਾਹਿਬ ਦੀ ਸੋਚ ਨੂੰ ਮਾਰਨਾ ਚਾਹੁੰਦੀ ਸੀ ਜਿਹੜੀ ਸਰਕਾਰ, ਔਰ ਸਾਡੇ ਸਿੱਖ ਵਕੀਲਾਂ ਨੂੰ ਅੱਗੇ ਕਰਕੇ ਸਾਡਾ ਸਿਧਾਂਤ ਮਰਵਾਉਣਾ ਚਾਹੁੰਦੀ ਸੀ। ਅੱਜ ਜੱਜ ਸਾਹਿਬ ਨੇ ਪੁੱਛਿਆ ये रिलीजियस पार्टी क्या होती है सर, बता तो दीजिए। इनको कोई एफिडेविट दे लीजिए, वो कह रहे रिलीजियस पार्टी क्या, मुझे समझा दो, मुझे समझ में नहीं आ रही। अरे मेरा एक धर्म है लेकिन मैं तो सेकुलर हूँ, और एक सिख का भी एक धर्म है लेकिन वो तो सेकुलर है। आप उसको ऐसे बांध कर क्यों उसका नुकसान करना चाहते हैं? आज स्पष्ट हो गया। असी बार बार कह रहे सी, असी पहले दिन तो कह रहे सी लड़ांगे चुनाव ते गुरु दी लंगर दी बाल्टी ते ही लड़ांगे। एक गल हार ना छड्डो, कल्ले रह जावांगे, पर ਉਹਦੇ ਪਿੱਛੇ ਆਪਣੇ ਸਿਧਾਂਤ ਨੂੰ ਨਹੀਂ ਤਿਆਗਾਂਗੇ। ਅਸਰਨਾ ਸਾਹਿਬ ਸਿਆਣ ਤਿਆਗ ਆਏ ਨਾ, ਮੀਰੀ ਪੀਰੀ ਦਾ ਸਿਧਾਂਤ ਨੂੰ ਤਿਆਗ ਆਏ, ਛੱਡ ਆਏ ਨਾ, ਲਿਖ ਕੇ ਦਿਆਏ, ਕਹਿੰਦੇ ਨੇ ਮੀਰੀ ਪੀਰੀ ਦਾ ਕੋਈ ਸਿਧਾਂਤ ਨਹੀਂ ਹੈਗਾ, ਕੋਈ ਸਿਧਾਂਤ ਨਹੀਂ। ਕਿਉਂ? ਕੁਰਸੀ ਦਾ ਲਾਲਚ ਸਤਾ ਰਿਹਾ ਸੀ। ਮੈਂ ਐਲਾਨ ਕਰਕੇ ਗਿਆ ਸੀ ਸੀਸਗੰਜ, ਗੁਰੂ ਦੀ ਹਾਜ਼ਰੀ 'ਚ ਐਲਾਨ ਕੀਤਾ ਸੀ। ਮੈਂ ਕਿਹਾ ਗੁਰੂ ਸਾਹਿਬ, ਮੈਂ ਤੁਹਾਡੀ ਹਾਜ਼ਰੀ 'ਚ ਕਹਿਣ ਲੱਗਾ ਹਾਂ, ਮੇਰੇ ਮਾਲਕ ਕੱਲਾ ਰਹਿ ਜਾਊਂਗਾ, ਪਰ ਆਪ ਜੀ ਦਾ ਸਿਧਾਂਤ ਨਹੀਂ ਤਿਆਗੂੰਗਾ। ਇਲੈਕਸ਼ਨਾਂ ਹਾਰਨੀਆਂ ਜਿੱਤਣੀਆਂ ਛੱਡੋ, ਕੋਈ ਫਰਕ ਨਹੀਂ ਪੈਂਦਾ, ਪਰ ਘੱਟੋ ਘੱਟ ਇਹ ਤੇ ਜ਼ਿੰਦਗੀ 'ਚ ਜੀਵਾਂਗੇ, ਮੇਰੇ ਮਾਲਕ ਦੇ ਸਿਧਾਂਤ ਨੂੰ ਨਹੀਂ ਛੱਡਿਆ। ਹਾਰ ਜਿੱਤ ਆਉਣੀ ਜਾਣੀ ਆ, ਪਰ ਮਾਲਕ ਦੇ ਸਿਧਾਂਤ ਨੂੰ ਤੁਸੀਂ ਚੈਲੰਜ ਕਰੋ। ਇਸ ਜਿਹੜਾ ਐਚਐਸ ਫੁਲਕਾ ਲਗਾਤਾਰ ਕਹਿ ਰਹੇ ਸੀ ਕਿ ਮੈਂ ਰਾਜਨੀਤੀ ਦੂਰ ਕਰਾਣੀ ਹੈ, ਧਾਰਮਿਕ ਚੀਜ਼ਾਂ ਹੋਣ। ਅੱਜ ਕੋਰਟ 'ਚ ਕੁਝ ਕਹਿ ਰਹੇ ਹੋ? ਮੈਂ ਇਹ ਤਾਂ ਪੁੱਛ ਰਹੀ, ਇੱਥੇ ਧਾਰਮਿਕ ਚੀਜ਼ਾਂ ਦੁਨੀਆ ਅੰਦਰ ਕੀਰਤਨ ਤੇ ਹੋ ਰਿਹਾ ਹੈ। ਇਹ ਜਦੋਂ ਵੀ ਚੀਜ਼ਾਂ ਲੋਕ ਖੋਣਾ ਚਾਹੁੰਦੇ ਨਾ, ਤੁਹਾਡੀ ਤਾਕਤ ਕਦੀ ਤੁਹਾਨੂੰ ਇਹ ਨਹੀਂ ਦਿਖਾਉਂਦੇ। ਜਦੋਂ ਵੀ ਕੋਈ ਕਿਸੇ ਨੂੰ ਕੈਦ ਵੀ ਕਰਨਾ ਚਾਹੁੰਦਾ ਹੈ ਨਾ, ਪਿੰਜਰੇ 'ਚ ਫਸਾਉਣਾ ਚਾਹੁੰਦਾ ਹੈ, ਤੇ ਉਹਦੇ ਅੱਗੇ ਕੋਈ ਦਾਣਾ ਸੁੱਟਦਾ। ਇਹ ਦਾਣਾ ਸੁੱਟ ਰਹੇ ਸੀਗੇ ਤੇ ਕੌਮ ਨੂੰ ਸਮਝ ਆ ਗਈ ਗੱਲ। ਸਾਰੇ ਸਿੱਖ ਇਸ ਗੱਲ ਦੀ ਚਿੰਤਾ ਕਰ ਰਹੇ ਸੀ। ਰੋਜ਼ ਮੈਨੂੰ ਲੋਕ ਫੋਨ ਕਰ ਰਹੇ ਨੇ ਕਿ ਸਿਰਸਾ ਜੀ ਮੀਰੀ ਪੀਰੀ ਦਾ ਸਿਧਾਂਤ ਕੌਣ ਮਾਰ ਰਿਹਾ ਹੈ, ਕਿਹੜੀ ਸਰਕਾਰ ਇਹਦੇ ਪਿੱਛੇ ਮਾਰਨ ਨੂੰ? ਮੈਂ ਕਿਹਾ ਮੈਨੂੰ ਨਹੀਂ ਪਤਾ ਕਿਹੜੀ ਸਰਕਾਰ ਹੈ, ਰੱਬ ਜਾਣੇ, ਪਰ ਇੱਕ ਗੱਲ ਸਮਝ ਆ ਗਈ ਹੈ, ਜਿਹੜੀ ਵੀ ਸਰਕਾਰ ਆ ਉਹਨੇ ਬੰਦੇ ਸਾਡੇ ਅੱਗੇ ਲਾ ਰੱਖੇ। ਕਿਹੜੀ ਸਰਕਾਰ ਮਾਰ ਰਹੀ ਮੀਰੀ ਪੀਰੀ ਦਾ ਸਿਧਾਂਤ ਮੈਨੂੰ ਨਹੀਂ ਪਤਾ, ਪਰ ਬੰਦੇ ਸਾਡੇ ਲਾਏ ਨੇ ਉਹਨਾਂ ਨੇ ਅੱਗੇ। ਇਹ ਤੇ ਸਿੱਧਾ ਕਹਿ ਦਿੱਤਾ ਉਹਨਾਂ ਨੇ ਕਿ ਅਕਾਲ ਤਖਤ ਸਾਹਿਬ ਤੇ ਜੋ ਨਿਸ਼ਾਨ ਸਾਹਿਬ ਲੱਗੇ ਮੀਰੀ ਪੀਰੀ ਦੇ ਉਹ ਨਹੀਂ ਹੈਗੇ, ਗਲਤ ਆ। ਇਹ ਤਾਂ ਇੱਥੋਂ ਤੱਕ ਚਲੇ ਗਏ ਨੇ, ਇਹ ਤਾਂ ਕਹਿ ਰਹੇ ਮੀਰੀ ਪੀਰੀ ਦਾ ਸਿਧਾਂਤ ਹੀ ਕੋਈ ਨਹੀਂ ਹੈਗਾ। ਪਰ ਨਹੀਂ, ਜਿੱਤ ਕਿਹਦੀ ਹੋਣੀ ਆ? ਮੈਂ ਕਿਹਾ ਅੱਜ ਫਿਰ ਵਕੀਲ ਸਾਹਿਬ ਨੂੰ ਕਿੰਨਾ, ਵਕੀਲ ਸਾਹਿਬ ਜੇ ਤੁਸੀਂ ਕੌਮ ਨਾਲ ਧਰੋ ਨਾ ਕਮਾਇਆ ਹੁੰਦਾ ਨਾ, ਤੇ ਅੱਜ ਕੋਰਟ ਤੁਹਾਨੂੰ ਫਟਕਾਰਾਂ ਨਾ ਪੈਂਦੀਆਂ, ਤੁਸੀਂ ਸਾਡੇ ਨਾਲ ਇੱਥੇ ਖੜੇ ਹੁੰਦੇ, ਸਰਕਾਰੀ ਤਖਤਾਂ ਦੇ ਪੋਚੇ ਨਾਲ ਲਾ ਰਹੇ ਹੁੰਦੇ, ਤੁਸੀਂ ਸਾਡੇ ਨਾਲ ਖੜੇ ਹੁੰਦੇ। ਮੈਨੂੰ ਨਹੀਂ ਪਤਾ ਜਿਹੜੇ ਵਕੀਲ ਨੇ। ਆਖਰੀ ਸਵਾਲ ਹੈ, ਹੁਣ ਚੁਣਾਵ ਰੈਡੀ, ਹੁਣ ਤਿਆਰੀਆਂ ਪੂਰੀਆਂ? ਅਸੀਂ ਕੋਈ ਚੁਣਾਵ ਨਹੀਂ ਲੜ ਰਹੇ, ਅਸੀਂ ਤੇ ਮਾਲਕ ਦੀ ਸੇਵਾ ਮੰਗ ਰਹੇ ਹਾਂ ਗੁਰੂ ਘਰਾਂ 'ਚੋਂ। ਅਸੀਂ ਤੇ ਸੰਗਤਾਂ ਚਰਨਾਂ 'ਚ ਸੇਵਾ ਮੰਗ ਰਹੇ ਹਾਂ। ਜਿਹੜੇ ਚੁਣਾਵ ਲੜ ਰਹੇ ਉਹਨਾਂ ਨੂੰ ਪੁੱਛੋ, ਅਸੀਂ ਤੇ ਗੁਰੂ ਦੀ ਸੇਵਾ ਮੰਗ ਰਹੇ ਹਾਂ, ਔਰ ਗੁਰੂ ਘਰ 'ਚੋਂ ਆ ਕੇ ਮੰਗ ਰਹੇ ਹਾਂ, ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਮੰਗ ਰਹੇ ਹਾਂ। ਸਿਰਸਾ ਸਾਹਿਬ ਮੇਰੇ ਨਾਲ, ਕਾਲੂ ਸਾਹਿਬ ਨੇ, ਜਿਨ੍ਹਾਂ ਕਿ ਪੂਰਾ ਹੈਂਡਲ ਕਰ ਰਹੇ ਨੇ ਲੀਗਲੀ ਕਿਸ ਤਰ੍ਹਾਂ ਹੁੰਦਾ ਹੈ, ਭਾਵੇਂ ਜੇਲ੍ਹਾਂ 'ਚ ਬੰਦ ਜਿਹੜੇ ਸਿੱਖ ਮੁੰਡੇ ਨੂੰ ਉਹਨੇ ਛੁਡਾਉਣ ਦੀ ਗੱਲ ਹੋਈ ਆ, ਅੱਜ ਦਾ ਕੇਸ ਹੋਏ, ਇਹ ਲੀਗਲ ਕਮੇਟੀ ਚੇਅਰਮੈਨ ਵੀ ਇਹਨਾਂ ਨਾਲ ਸਮਝਾਂਗੇ। ਕਾਲੂ ਸਾਹਿਬ, ਲੀਗਲੀ ਕਿਆ ਕੁਝ ਕੋਰਟ ਦੇ ਵਿੱਚ ਦਲੀਲਾਂ ਰੱਖੀਆਂ ਗਈਆਂ ਤੇ ਉਹਨਾਂ ਵੱਲੋਂ ਕਿਆ ਰੱਖੀਆਂ ਗਈਆਂ? ਦੇਖੋ, ਦਲੀਲ ਸਾਡੇ ਵੱਲੋਂ ਤਾਂ ਜਿਹੜੀ ਪਟੀਸ਼ਨ ਪਾਈ ਗਈ ਸੀ, ਜਿਹੜਾ ਕੱਲ ਨੋਟੀਫਿਕੇਸ਼ਨ ਦਿੱਲੀ ਡਾਇਰੈਕਟਰੇਟ ਗੁਰਦੁਆਰਾ ਡਾਇਰੈਕਟਰੇਟ ਵੱਲੋਂ ਇਸ਼ੂ ਹੋਇਆ ਸੀ, ਉਹਦੇ 'ਚ ਸਾਡਾ ਬਕਟ ਸਿੰਬਲ ਜਿਹੜਾ ਹੈ ਬਾਲਟੀ ਦਾ, ਗੁਰੂ ਕੀ ਲੰਗਰ ਦੀ ਬਾਲਟੀ ਦਾ, ਉਹ ਫਰੀਜ਼ ਕਰ ਦਿੱਤਾ ਸੀ ਇਹਨਾਂ ਨੇ। ਅਸੀਂ ਉਸ ਆਰਡਰ ਦੇ ਅਗੇਂਸਟ ਪਟੀਸ਼ਨ ਪਾਈ ਸੀ, ਕੱਲ ਰਾਤ ਨੂੰ ਅਸੀਂ ਆਨਲਾਈਨ ਕਰਤੀ ਸੀ, ਅੱਜ ਸਵੇਰੇ ਸਾਡੀ ਲਿਸਟ ਹੋਇਆ ਮੈਟਰ, ਔਰ ਡਬਲ ਬੈਂਚ ਦੇ ਕੋਲ ਮਾਨਯੋਗ ਜੱਜ ਸਾਹਿਬ ਵਿਪਨ ਸਾਂਗੀ ਜੀ ਔਰ ਮਾਨਯੋਗ ਜੱਜ ਸਾਹਿਬ ਰੇਖਾ ਪੱਲੀ ਜੀ, ਉਹਨਾਂ ਦੀ ਕੋਰਟ ਦੇ ਵਿੱਚ ਸੀ। ਤੇ ਸਾਡਾ ਤਾਂ ਸਿੰਪਲ ਇਹ ਪਲੀਜ਼ ਸੀ ਕਿ ਜੀ 1999 ਦੇ ਵਿੱਚ, ਫਿਰ 2006 ਦੇ ਵਿੱਚ, ਫਿਰ 2012 ਦੇ ਵਿੱਚ, ਫਿਰ 2017 ਦੇ ਵਿੱਚ 4 ਨੋਟੀਫਿਕੇਸ਼ਨਾਂ ਹੋਈਆਂ, ਜਿਹਦੇ ਵਿੱਚ ਸਾਡਾ ਸਿੰਬਲ ਜਿਹੜਾ ਉਹ ਬਰਕਰਾਰ ਬਾਲਟੀ ਦਾ ਰਿਹਾ। 2010 ਦੇ ਵਿੱਚ ਇੱਕ ਰੂਲ 14 ਜਿਹੜਾ ਐਕਟ ਦਾ ਸੀ ਉਹ ਅਮੈਂਡ ਕੀਤਾ ਗਿਆ ਸੀ। ਉਸ ਰੂਲ ਦੇ ਤਹਿਤ ਵੀ
ਸਰਕਾਰ ਨੇ ਕੋਰਟ ਦੇ ਵਿੱਚ ਆਪ 2 ਵਾਰ ਹਲਫਨਾਮੇ ਸਬਮਿਟ ਕੀਤੇ ਆ, ਜਿਹਦੇ 'ਚ ਇਹ ਕਿਹਾ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਆ, ਇਹ ਰਜਿਸਟਰਡ ਪਾਰਟੀ ਆ, ਰਿਲੀਜੀਅਸ ਰਜਿਸਟਰਡ ਪਾਰਟੀ ਆ, ਇਸ ਨੂੰ ਨਵੀਂ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ ਹੈ। 4 ਸਾਲ ਫਿਰ ਨਿਕਲ ਗਏ 2017 ਦੀ ਇਲੈਕਸ਼ਨ ਤੋਂ ਬਾਅਦ। ਹੁਣ ਆਲ ਆਫ ਸਡਨ 10 ਤਰੀਕ ਨੂੰ ਫਿਰ ਇੱਕ ਹਲਫਨਾਮਾ ਦਿੱਲੀ ਸਰਕਾਰ ਵੱਲੋਂ ਫਾਈਲ ਹੁੰਦਾ ਹੈ ਕੋਰਟ ਦੇ ਵਿੱਚ। ਉਹਦੇ 'ਚ ਵੀ ਇਹ ਕਿਹਾ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਿੰਬਲ ਜਿਹੜਾ ਰਿਜ਼ਰਵ ਹੈ ਔਰ ਇਸ ਨੂੰ ਅੱਗੇ ਫਰਦਰ ਕੋਈ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ। ਲੇਕਿਨ 16 ਤਰੀਕ ਨੂੰ ਇੱਕ ਮੰਤਰੀ ਜੀ ਦਾ ਇੱਕ ਲੈਟਰ ਇਸ਼ੂ, ਕਮਿਊਨੀਕੇਸ਼ਨ ਇਸ਼ੂ ਹੁੰਦਾ, ਜਿਹਦੇ 'ਚ ਉਹ ਕਹਿੰਦੇ ਕਿ ਜੀ ਸਟ੍ਰਿਕਟਲੀ ਜਿਹੜੀ ਆ ਤੁਸੀਂ ਇਹ ਕੰਪਲਾਈਂਸ ਕਰੋ ਰੂਲ 14 ਦੀ। ਹੁਣ ਉਸ ਨੂੰ ਅਸੀਂ ਕੋਰਟ ਦੇ ਵਿੱਚ ਚੈਲੰਜ ਕੀਤਾ ਸੀ ਔਰ ਉਹ ਆਰਡਰ ਜਿਹੜਾ ਸੀ ਸਟੇ ਹੋ ਗਿਆ। ਉਹ ਸਟੇ ਹੋਣ ਤੋਂ ਬਾਅਦ ਫਿਰ 올ਡ ਸਿਚੁਏਸ਼ਨ ਚਲੀ ਗਈ ਕਿ ਜੋ 2017 ਜਾਂ 2012 ਦੇ ਵਿੱਚ ਸੀ। ਸੋ ਜੱਜ ਸਾਹਿਬ ਨੇ ਇਹੀ ਉਹਨਾਂ ਨੂੰ ਸਵਾਲ ਕੀਤਾ ਵੀ ਜਦ ਤੁਸੀਂ 2017 ਦੇ ਵਿੱਚ ਸਿੰਬਲ ਦਿੱਤਾ, 2012 'ਚ ਦਿੱਤਾ, ਤੇ ਹੁਣ ਕਿਉਂ ਨਹੀਂ? ਉਹਦਾ ਕੋਈ ਇਹਨਾਂ ਕੋਲ ਕੋਈ ਜਵਾਬ ਨਹੀਂ ਸੀ। ਇਹ ਖਾਸ ਕਰਕੇ ਮੈਂ ਫੂਲਕਾ ਸਾਹਿਬ ਦਾ ਕਹਾਂਗਾ ਕਿ ਫੂਲਕਾ ਸਾਹਿਬ ਨੂੰ ਲੀਗਲ ਪੁਆਇੰਟ ਦੇ ਉੱਤੇ ਤੇ ਕੋਈ ਜਵਾਬ ਉੱਥੇ ਕੋਰਟ ਦੇ ਵਿੱਚ ਨਹੀਂ ਆਇਆ। ਲੇਕਿਨ ਹਾਂ, ਉਹ ਜੋ ਉਹਨਾਂ ਦੀ ਆਦਤ ਹੈ ਆਲੋਚਨਾ, ਕੋਰਟ ਦੇ ਵਿੱਚ ਵੀ ਸਾਡੀ ਆਲੋਚਨਾ ਕਰਨ ਵਾਸਤੇ ਖੜੇ ਹੋ ਗਏ। ਸੋ ਉਸ ਦਾ ਜੱਜ ਸਾਹਿਬ ਨੇ ਬੜਾ ਸੰਗਿਆਨ ਲਿਆ ਔਰ ਉਹਨਾਂ ਨੇ ਜਿਹੜਾ ਸਾਡਾ ਰਿਜ਼ਰਵ ਸਿੰਬਲ ਜਿਹੜਾ ਫਰੀਜ਼ ਕੀਤਾ ਸੀ ਉਸ ਨੂੰ ਦੇਣ ਦੀ, ਇਸ਼ੂ ਕਰਨ ਦਾ ਜਿਹੜਾ ਆਰਡਰ ਹੈ ਉਹ ਕਰ ਦਿੱਤਾ। ਇਹ ਜਿਹੜਾ ਨੋਟੀਫਿਕੇਸ਼ਨ ਸੀ, ਸਰਕਾਰ ਦਾ ਆਰਡਰ ਸੀਗਾ, ਤਾਂ ਹੁਣ ਇਹ ਕਿ ਅਗਲੀ ਵਾਰ ਲਾਗੂ ਹੋਏਗਾ? ਇਸ ਵਾਰ ਹੀ ਸਿਰਫ ਸਟੇ ਕੀਤਾ ਗਿਆ ਇਹਨਾਂ ਨੂੰ, ਅਗਲੀ ਵਾਰ ਵਾਸਤੇ ਕੀਤਾ ਕਿ ਪੂਰਾ ਕਰਤਾ? ਨਹੀਂ, ਨੋਟੀਫਿਕੇਸ਼ਨ ਜਿਹੜਾ ਹੁੰਦਾ ਹੈ, ਨੋਟੀਫਿਕੇਸ਼ਨ ਸਿਰਫ ਇਸ ਇਲੈਕਸ਼ਨ ਵਾਸਤੇ ਹੈ। ਹੁਣ ਇਹ ਸਿਲੈਕਸ਼ਨ ਹੋ ਗਈ ਹੈ, ਅਗਲੀ ਇਲੈਕਸ਼ਨ ਜਿਹੜੀ ਹੋਏਗੀ ਉਹ ਫਿਰ ਨਵਾਂ ਨੋਟੀਫਿਕੇਸ਼ਨ ਆਏਗਾ। ਲੇਕਿਨ ਜਦੋਂ ਅੱਜ ਕੋਰਟ ਨੇ ਸਾਡਾ ਮੰਨ ਲਿਆ, ਪਹਿਲੇ ਕੋਰਟ ਨੇ ਮੰਨਿਆ, ਪਹਿਲੇ ਸੁਪਰੀਮ ਕੋਰਟ ਤੱਕ ਮੈਟਰ ਜਿਹੜੇ ਜਾ ਚੁੱਕੇ, ਉਹਦੇ ਵਿੱਚ ਵੀ ਸਾਡਾ ਸਿੰਬਲ ਜਿਹੜਾ ਉਹ ਬਰਕਰਾਰ ਹੈ। ਸੋ ਇਹ ਤੇ ਐਵੇਂ ਇੱਕ ਪੋਲੀਟੀਕਲੀ ਜਿਹੜਾ ਇਹਨਾਂ ਨੂੰ ਹੁਣ ਇਸ ਸਮੇਂ, ਕਿਉਂਕਿ ਨਜ਼ਰ ਆਉਂਦੀ ਪਈ, ਹਾਰ ਨਜ਼ਰ ਆਉਂਦੀ ਪਈ। ਅਸਲੀ ਗੱਲ ਇਹ ਆ ਕਿ ਹਾਰ ਨਜ਼ਰ ਆਉਂਦੀ ਪਈ ਆ ਔਰ ਉਸ ਹਾਰ ਨੂੰ ਦੇਖਦੇ ਹੋਏ ਇਹ ਕੋਈ ਨਾ ਕੋਈ ਡਰਾਮੇ ਜਿਹੜੇ ਆ ਕਰਦੇ ਸੀ। ਸਾਡਾ ਧਿਆਨ ਜਿਹੜਾ ਉਹ ਭਟਕਾਉਣ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਨੇ, ਮਹਾਰਾਜ ਨੇ ਬੜੀ ਕਿਰਪਾ ਕੀਤੀ ਆ ਕਿ ਜਿਹੜਾ ਇਹਨਾਂ ਨੇ ਕੁਝੀਆਂ ਕੋਸ਼ਿਸ਼ਾਂ ਕੀਤੀਆਂ ਸੀ ਉਸ ਦਾ ਜਵਾਬ ਇਹਨਾਂ ਨੂੰ ਅੱਜ ਮਿਲ ਗਿਆ। ਬਿਲਕੁਲ, ਇਹ ਸੀ ਜਗਦੀਪ ਸਿੰਘ ਕਾਹਲੋ। ਇਹਨਾਂ ਦਾ ਕਹਿਣਾ ਹੈ ਕਿ ਹੁਣ ਬਕਟ ਜਿਹੜਾ ਸਿੰਬਲ ਹੈ, ਅਸਲ ਬਾਲਟੀ ਦੇ ਚੁਣਾਵ ਤੇ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਕਮੇਟੀ ਚੋਣ ਲੜਦੀ ਹੈ ਤੇ ਉਹ ਹੀ ਰਹੇਗਾ। ਹਾਲਾਂਕਿ ਇਹਦੇ ਵਿੱਚ ਕੋਰਟ ਦੇ ਵਿੱਚ ਕੇਸ ਗਿਆ, ਪਹਿਲਾਂ ਵੀ ਗਏ ਸੀਗੇ ਕਾਫੀ, ਪਰ ਅੱਜ ਵੀ ਕੋਰਟ ਵਿੱਚ ਕੇਸ ਗਿਆ, ਪਰ ਜਿੱਤ ਹੋਈ। ਅੱਜ ਕੋਰਟ ਨੇ ਰਾਹਤ ਦਿੱਤੀ ਹੈ। ਹੁਣ ਇਹਦੇ ਦੇ ਨਾਲ ਕਹਿਣਾ ਕਿ ਅਸੀਂ ਹੁਣ ਚੁਣਾਵ ਦੀ ਤਿਆਰੀ ਜਿਹੜੀ ਆ ਹੁਣ ਸ਼ੁਰੂ ਕਰ ਰਹੇ ਨੇ। ਦਿੱਲੀ ਤੋਂ ਕੈਮਰਾਮੈਨ ਲਕਸ਼ਣਾ ਨਿਤਿਨ ਨਿਵੰਦਾ, ਨਿਸੂਰਾ ਟੀਵੀ। All World Open Challenge 17-time gold medalist Mia Rafiq Mohammed, पंडित मौलवी बेगम तांत्रिक इन चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मिया रफीक मोहम्मद। मोबाइल 84 374 94 647 84 374 94 648। पंडित राधे शर्मा चमत्कार ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ। 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ। ਮੁਸਲਮਾਨੀ, ਰੂਹਾਨੀ ਤੇ ਕਾਲੇ ਇਲਮ ਦੇ ਬਾਦਸ਼ਾਹ, ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ। ਮੋੜੀ ਵਸ਼ੀਕਰਨ ਕਰਵਾਓ, ਮਨਚਾਹਾ ਪਿਆਰ ਪਾਓ, ਲਵ ਮੈਰਿਜ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਨੌਕਰੀ, ਕਾਰੋਬਾਰ ਚ ਰੁਕਾਵਟ, ਵਿਦੇਸ਼ ਯਾਤਰਾ, ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ। ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਮੋਬਾਈਲ 98 768 045 80 85 588 38 617।